ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 6043223727। We cater to all your ethnic needs. Thank you for shopping at Superstore on Marine Drive. ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਭਾਈ ਜਸਵਿੰਦਰ ਸਿੰਘ ਜੀ, ਜਿਹੜੇ ਕਿ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਵਿੱਚ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਇੱਕ ਯੰਗ ਇਹ ਪ੍ਰਚਾਰਕ ਨੇ ਤੇ ਦੁਨੀਆ ਭਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਨਾਲ ਅਸੀਂ ਸਾਂਝ ਪਾਵਾਂਗੇ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੁੱਖਤਾ ਨੂੰ ਕੀ ਉਪਦੇਸ਼ ਹੈ, ਅਸੀਂ ਕੀ ਸਿੱਖਣਾ ਹੈ। ਕੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਅਸੀਂ ਮੱਥਾ ਹੀ ਟੇਕਣਾ ਹੈ ਜਾਂ ਇਸ ਵਿੱਚ ਜੋ ਸਾਨੂੰ ਦੱਸਿਆ ਗਿਆ ਉਸ ਨੂੰ ਵੀ ਅਪਣਾਉਣਾ ਹੈ। ਆਓ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਭਾਈ ਜਸਵਿੰਦਰ ਸਿੰਘ ਨਾਲ। ਜੀ ਅਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੋੜ੍ਹਾ ਜਿਹਾ ਆਪਣਾ ਪਿਛੋਕੜ, ਤੁਹਾਡਾ ਇੰਟਰਸਟ ਇਸ ਪਾਸੇ ਕਿਵੇਂ ਪਿਆ, ਕਿੰਨੀ ਦੇਰ ਤੋਂ ਤੁਸੀਂ ਇਸ ਪ੍ਰਚਾਰ ਵਾਲੇ ਪਾਸੇ ਲੱਗੇ ਹੋ? ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਜੀ, ਜੋ ਤੁਸੀਂ ਇਹ ਧਾਰਮਿਕ ਉਪਰਾਲਾ ਬਹੁਤ ਜ਼ਿਆਦਾ ਚੰਗਾ ਕਰ ਰਹੇ ਹੋ। ਤੇ ਪਿਛੋਕੜ ਤਾਂ ਇੱਦਾਂ ਜੀ, ਕੁਛ ਕੁ ਪਰਿਵਾਰਕ ਪਿਛੋਕੜ ਬੈਕਗਰਾਊਂਡ ਇੱਦਾਂ ਦਾ ਧਾਰਮਿਕ ਖਿਆਲਾਂ ਵਾਲਾ ਸੀ। ਠੀਕ। ਤੇ ਉਸ ਤੋਂ ਇਹ ਚੇਟਕ ਲੱਗੀ, ਇਸ ਪਾਸੇ ਤੁਰੇ ਤੇ 2008 ਤੋਂ ਕਥਾ ਦੇ ਦੁਆਰਾ ਮੈਂ ਸੇਵਾ ਨਿਭਾ ਰਿਹਾ। ਗੁਰੂ ਸਾਹਿਬ ਨੇ ਸੇਵਾ ਲਈ ਹੋਈ ਹੈ। ਠੀਕ। ਤੇ ਬਸ ਉਸ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਥਾਵਾਂ ਤੇ ਜਾਂਦੇ ਆ। ਰਾਈਟ। ਹਾਂਜੀ। ਜਸਵਿੰਦਰ ਸਿੰਘ ਜੀ, ਆਮ ਤੌਰ ਤੇ ਜੋ ਸੁਣਿਆ ਪੰਜਾਬ ਵਿੱਚ ਹਾਲਾਤ ਬੜੇ ਮਾੜੇ ਨੇ, ਨੌਜਵਾਨ ਜਿਹੜੇ ਨੇ ਪਤਿਤ ਹੋ ਰਹੇ ਨੇ, ਸਿੱਖੀ ਤੋਂ ਦੂਰ ਜਾ ਰਹੇ ਨੇ, ਡਰੱਗਸ ਦਾ ਬੜਾ ਭਰਮਾਰ ਹੈ। ਕਿਵੇਂ ਬਚਿਆ ਤੁਸੀਂ? ਕਿਉਂਕਿ ਆਫਟਰ ਆਲ ਮਾਹੌਲ ਤਾਂ ਉਹੀ ਹੈ ਤੇ ਮਾਹੌਲ ਦੇ ਵਿੱਚ ਇੱਕ ਪਾਸੇ ਅਸੀਂ ਇਹ ਗੱਲਾਂ ਸੁਣ ਰਹੇ ਹਾਂ ਪਰ ਤੁਹਾਡੇ ਵਰਗੇ ਨੌਜਵਾਨ ਵੀ ਜਿਹੜੇ ਨੇ ਅੱਜ ਕੱਲ੍ਹ ਅੱਗੇ ਆ ਕੇ ਪ੍ਰਚਾਰ ਕਰ ਰਹੇ ਨੇ। ਸੋ ਥੋੜ੍ਹਾ ਜਿਹਾ ਇੱਥੋਂ ਦੇ ਬੱਚਿਆਂ ਵਾਸਤੇ ਮੈਂ ਜ਼ਰੂਰ ਚਾਹਾਂਗਾ ਮੈਸੇਜ ਕਿ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਇਸ ਸਾਰੇ ਮਾਹੌਲ 'ਚੋਂ। ਦੇਖੋ, ਤੁਹਾਡਾ ਸਵਾਲ ਬਹੁਤ ਚੰਗਾ ਜੀ ਜੋ ਤੁਸੀਂ ਪੁੱਛਿਆ। ਮਾਹੌਲ ਪੰਜਾਬ ਦਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ। ਉੱਥੇ ਜਿੱਦਾਂ ਹੁਣ ਰਿਪੋਰਟਾਂ ਦੱਸਦੀਆਂ ਨੇ 10 ਦੇ ਵਿੱਚੋਂ 7 ਬੱਚੇ ਜਿਹੜੇ ਹੈਗੇ ਨਸ਼ਿਆਂ ਦੀ ਚੇਟਕ ਦੇ ਵਿੱਚ ਨੇ। ਠੀਕ ਹੈ ਜੀ, ਲਪੇਟ ਦੇ ਵਿੱਚੋਂ ਬੁਰੀ ਤਰ੍ਹਾਂ ਆ ਚੁੱਕੇ ਨੇ, ਜਿਹਦੇ ਵਿੱਚੋਂ ਨਿਕਲਣਾ ਉਹਨਾਂ ਲਈ ਬਹੁਤ ਔਖਾ ਹੈਗਾ। ਤੇ ਪਰ ਜੇ ਕੁਛ ਕੁ ਹੱਦ ਤੱਕ ਆਪਾਂ ਯਤਨ ਕਰੀਏ, ਸਾਡਾ ਪਰਿਵਾਰ ਯਤਨ ਕਰੇ, ਕਿਉਂਕਿ ਜਿਸ ਪਾਸੇ ਸਾਡਾ ਪਰਿਵਾਰ ਤੁਰ ਰਿਹਾ ਬੱਚੇ ਨੇ ਉਹਨੂੰ ਫੋਲੋ ਕਰਨਾ ਹੈ ਨਾ। ਤੇ ਜੇ ਪਰਿਵਾਰ ਆਪਣਾ ਇੱਕ ਪਿਤਾ ਆਪ ਸ਼ਰਾਬ ਪੀ ਰਿਹਾ ਤੇ ਬੱਚੇ ਨੂੰ ਆਖੇ ਤੂੰ ਨਹੀਂ ਪੀਣੀ, ਤੂੰ ਇਸ ਪਾਸੇ ਨਹੀਂ ਤੁਰਨਾ, ਇਹਦਾ ਬਿਲਕੁਲ ਅਸਰ ਉੱਤੇ ਨਹੀਂ ਹੋਵੇਗਾ। ਪਰ ਜੇ ਪਿਤਾ ਆਪਣੇ ਆਪ ਨੂੰ ਇੱਕ ਰੋਲ ਮਾਡਲ ਬਣਾ ਕੇ ਆਪਣੇ ਬੱਚੇ ਦੇ ਸਾਹਮਣੇ ਪੇਸ਼ ਕਰਦਾ ਹੈ, ਪਰਿਵਾਰ ਆਪਣੇ ਆਪ ਨੂੰ ਉਸ ਬੱਚੇ ਦੇ ਸਾਹਮਣੇ ਪੇਸ਼ ਕਰਦਾ ਹੈ ਤੇ ਡੇਲੀ ਉਹ ਗੁਰਦੁਆਰੇ ਜਾਂਦੇ ਆ, ਬੱਚੇ ਨੂੰ ਲੈ ਕੇ ਜਾਂਦੇ ਆ, ਧਾਰਮਿਕ ਖਿਆਲਾਂ ਦੀ ਰੁਚੀ ਉਹਨਾਂ ਦੇ ਆਪਣੇ ਵਿੱਚ ਹੈਗੀ ਆ, ਉਹ ਬੱਚੇ 'ਚ ਭਰ ਰਹੇ ਨੇ। ਤੇ ਉਹਨਾਂ ਦੇ ਨਾਲ ਮੈਂ ਸਮਝਦਾ ਵੀ ਬਹੁਤ ਜ਼ਿਆਦਾ ਹੈਗਾ ਜਿਹੜਾ ਅਸੀਂ ਨੌਜਵਾਨ ਪੀੜ੍ਹੀ ਨੂੰ ਜਾਂ ਨਵੀਂ ਪਨੀਰੀ ਨੂੰ, ਨੌਜਵਾਨਾਂ ਨੂੰ ਤਾਂ ਮੋੜਨਾ ਦਾ ਕੋਈ ਕੁਛ ਹੋਰ ਤਰੀਕੇ ਨੇ, ਪਰ ਨਵੀਂ ਪਨੀਰੀ ਨੂੰ ਅਸੀਂ ਇਸ ਪਾਸੇ ਤੋਰ ਸਕਦੇ ਹਾਂ। ਰਾਈਟ। ਸੋ ਘਰ ਦਾ ਮਾਹੌਲ ਜਿਹੜਾ ਉਹ ਬੜਾ ਇੰਪੈਕਟ ਪਾਉਂਦਾ ਹੈ, ਬਹੁਤ ਜ਼ਿਆਦਾ ਪਾਉਂਦਾ। ਹਾਂਜੀ ਹਾਂ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਸਭ ਮੰਨਦੇ ਨੇ, ਕਿਸੇ ਵੀ ਵਰਗ ਨਾਲ ਅਸੀਂ ਜੁੜੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਹਾਂ, ਕਹਿੰਦੇ ਸਾਡਾ ਗੁਰੂ ਹੈਗਾ। ਹਾਂਜੀ। ਮੈਸੇਜ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ? ਇੱਕ ਚੀਜ਼ ਨੂੰ ਅਸੀਂ ਜਦੋਂ ਮੱਥਾ ਟੇਕਦੇ ਹਾਂ, ਮੱਥਾ ਟੇਕਣ ਦਾ ਕੀ ਕਨਸੈਪਟ ਹੈਗਾ ਤੇ ਇਹਦੇ ਵਿੱਚੋਂ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ ਨੇ ਜਿਹੜਾ ਮਨੁੱਖਤਾ ਨੂੰ ਮਿਲਦਾ ਹੈ, ਉਹਦੇ ਬਾਰੇ ਸਾਨੂੰ ਵਿਸਥਾਰ ਵਿੱਚ ਦੱਸੋ। ਹਾਂਜੀ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਬਾਰੇ ਸੰਖੇਪ ਜੀ ਜਾਣਕਾਰੀ ਸਾਂਝੀ ਕਰਾਂਗੇ, ਹੈ ਨਾ। ਗੁਰੂ ਗ੍ਰੰਥ ਸਾਹਿਬ ਜੋ ਕਿ ਮਾਨਵਤਾ ਦੇ ਗੁਰੂ ਨੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼੍ਰੀ ਗੁਰੂ ਅਰਜਨ ਸਾਹਿਬ ਨੇ ਕੀਤੀ ਸੀ। ਸਿਰਲੇਖ ਰੂਪ ਦੇ ਵਿੱਚ 31 ਰਾਗ ਨੇ ਤੇ ਖੋਜ ਕਰਕੇ ਵਿਦਵਾਨਾਂ ਦੱਸਿਆ 65 ਰਾਗਾਂ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਪਣਾਏ ਗਏ ਨੇ ਗੁਰੂ ਸਾਹਿਬ ਦੁਆਰਾ। ਤੇ 35 ਮਹਾਂਪੁਰਖਾਂ ਦੀ ਬਾਣੀ ਦੇ ਵਿੱਚ ਸ਼ਾਮਿਲ ਹੈਗੀ, 1430 ਅੰਗ ਨੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ 'ਚ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੁਰੂ ਤੇ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਉਸ ਤੋਂ ਬਾਅਦ ਵਿੱਚ ਪਹਿਲਾਂ ਗੁਰੂ ਕੀ ਹੁੰਦਾ ਹੈ ਨਾ। ਜੇ ਸਾਨੂੰ ਗੁਰੂ ਦੀ ਸਮਝ ਆਵੇਗੀ ਤਾਂ ਸਾਡਾ ਮੱਥਾ ਟੇਕਿਆ, ਤਾਂ ਸਾਡੀ ਕੀਤੀ ਪੂਜਾ ਉਹ ਸਾਰਾ ਸਫਲ ਹੋਣਾ ਹੈ। ਠੀਕ। ਹੁਣ ਗੁਰੂ ਦੀ ਜਿਹੜੀ ਪਰਿਭਾਸ਼ਾ ਗੁਰਬਾਣੀ ਦੇ ਵਿੱਚ ਦਿੱਤੀ ਗਈ ਹੈ, ਮਹਾਰਾਜ ਕਹਿੰਦੇ ਹੈ ਵੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਗੁਰੂ ਦਾ ਜਿਹੜਾ ਅਰਥ ਵਿਦਵਾਨਾਂ ਨੇ ਕੀਤਾ, ਉਹ ਅਰਥ ਵੀ ਇਹਨਾਂ ਨੇ ਇਹੀ ਕੀਤਾ ਵੀ ਉਹ ਜੋ ਸਾਨੂੰ ਸਾਡੇ ਅੰਦਰੋਂ ਅਗਿਆਨਤਾ ਨੂੰ ਖਤਮ ਕਰਕੇ ਗਿਆਨ ਸਾਨੂੰ ਦਿੰਦਾ, ਉਹ ਸਾਡਾ ਗੁਰੂ ਹੈ। ਹੁਣ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਜਾਂਦੇ ਹਾਂ ਜੀ, ਸਾਡਾ ਗੁਰੂ ਸਾਨੂੰ ਗਿਆਨ ਦਿੰਦਾ ਹੈ, ਪਰ ਸਾਡੀ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਆਪਣਾ ਕਹਿ ਦਈਏ ਗਿਣਤੀ ਹੈਗੀ, ਬਹੁ ਗਿਣਤੀ, ਉਹ ਗੁਰੂ ਗ੍ਰੰਥ ਸਾਹਿਬ ਕੋਲ ਕਿਸ ਲਈ ਜਾਂਦੇ ਨੇ? ਮੈਂ ਕਈ ਦਫਾ ਪ੍ਰਚਾਰ ਕਰਦਾ ਹੋਇਆ ਕਥਾ ਦੇ ਵਿੱਚ ਵੀ ਇਹ ਸਵਾਲ ਪੁੱਛਦਾ ਹੁੰਦਾ ਵੀ ਤੁਸੀਂ ਗੁਰਦੁਆਰਿਓਂ ਚੱਲ ਕੇ, ਘਰੋਂ ਚੱਲ ਕੇ ਗੁਰਦੁਆਰੇ ਆਏ, ਬਿਲਕੁਲ ਇੱਥੋਂ ਚੱਲ ਕੇ ਤੁਸੀਂ ਘਰ ਜਾਓਗੇ, ਘਰ ਜਾਂਦੇ ਹੋ ਤੁਹਾਨੂੰ ਤੁਹਾਡੇ ਬੱਚਿਆਂ ਨੇ ਪੁੱਛਿਆ ਗੁਰਦੁਆਰਿਓਂ ਕੀ ਲੈ ਕੇ ਆਏ ਹੋ ਜੀ, ਹੈ ਸਾਡੇ ਕੋਲ ਦੱਸਣ ਨੂੰ ਕੀ ਹੈ ਉਹਨਾਂ ਕੋਲ? ਉਹਨਾਂ ਲਈ ਅਸੀਂ ਉਹਨਾਂ ਨੂੰ ਕੀ ਦੱਸ ਰਹੇ ਹਾਂ ਵੀ ਅਸੀਂ ਗੁਰਦੁਆਰਿਓਂ ਕੀ ਲੈ ਕੇ ਆਏ? ਕੇਵਲ ਕੜਾਹ ਪ੍ਰਸ਼ਾਦੀ ਦੇਗ ਜਾਂ ਕੋਈ ਹੋਰ ਚੀਜ਼ ਉੱਥੋਂ ਖਰੀਦ ਕੇ ਲਿਆਏ? ਇਹ ਤਾਂ ਹੈ ਨਹੀਂ। ਅਸੀਂ ਗੁਰਦੁਆਰਿਓਂ
ਉਹ ਚੀਜ਼ ਲੈ ਕੇ ਜਾਣੀ ਹੈ ਜੋ ਗੁਰੂ ਸਾਨੂੰ ਦਿੰਦਾ ਠੀਕ। ਤੇ ਗੁਰੂ ਸਾਨੂੰ ਗਿਆਨ ਦੇ ਰਿਹਾ ਹੈ ਨਾ। ਹੁਣ ਗੁਰੂ ਤੇ ਗਿਆਨ ਦੇ ਰਿਹਾ ਹੈ, ਪਰ ਉਹ ਗਿਆਨ ਅੱਗੇ ਜਿਹਨੇ ਵੰਡਣਾ ਠੀਕ ਉਹ ਨਿਰਭਰ ਕਰਦਾ ਉਥੋਂ ਦੇ ਪ੍ਰਚਾਰਕ ਤੇ, ਬਿਲਕੁਲ। ਉਹ ਨਿਰਭਰ ਕਰਦਾ ਉਥੋਂ ਦੇ ਗ੍ਰੰਥੀ ਸਿੰਘ ਤੇ, ਠੀਕ ਹੈ ਜੀ। ਉਹ ਹੁਣ ਜਿਸ ਰੂਪ ਦੇ ਵਿੱਚ ਗੁਰੂ ਦਾ ਗਿਆਨ ਸੰਗਤ ਨੂੰ ਦੇ ਰਿਹਾ, ਸੰਗਤ ਉਹ ਚੀਜ਼ ਘਰ ਲੈ ਕੇ ਜਾ ਰਹੀ ਹੈ। ਠੀਕ। ਇੱਥੇ ਗੁਰੂ ਦਾ ਗਿਆਨ ਸੰਗਤ ਦੇ ਵਿੱਚ ਜਿਹੜਾ ਨਹੀਂ ਪਹੁੰਚ ਰਿਹਾ, ਉਹਦਾ ਇੱਕ ਕਾਰਨ ਮੈਂ ਮੰਨਦਾ ਵੀ ਜਿਹੜੇ ਸਾਡੇ ਹੈਗੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰੀਏ, ਉੱਥੇ ਪਿੰਡੂ ਹਾਲਾਤ ਨੂੰ ਜੇ ਅਸੀਂ ਚੰਗੀ ਤਰ੍ਹਾਂ ਵੇਖੀਏ, ਕਿਉਂਕਿ ਅਸੀਂ ਵੀ ਪਿੰਡਾਂ ਦੇ ਵਿੱਚੋਂ ਨਿਕਲੇ ਹੋਏ ਆ, ਤੇ ਸਾਡੇ ਜਿਹੜੇ ਗੁਰਦੁਆਰੇ ਹੈਗੇ ਆ ਉਹਨਾਂ ਦੇ ਵਿੱਚ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਵਾਲੇ ਜਿਹੜੇ ਗ੍ਰੰਥੀ ਸਿੰਘ ਨੇ, ਉਹਨਾਂ ਦਾ ਜੀਵਨ ਤੇ ਉਹਨਾਂ ਦੀ ਨੌਲੇਜ ਨੂੰ ਤੇ ਉਹਨਾਂ ਦਾ ਜੋ ਪਿਛੋਕੜ ਹੈ, ਉਹ ਚੀਜ਼ਾਂ ਨੂੰ ਜੇ ਅਸੀਂ ਸਾਰੀ ਉਹਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਕੋਲ ਉਹ ਗਿਆਨ ਨਹੀਂ ਹੈਗਾ ਜੋ ਚਾਹੀਦਾ ਹੈ ਨਾ। ਤੇ ਇੱਥੇ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਚਾਹਾਂਗਾ, ਤੇ ਤੁਹਾਡੇ ਇਸ ਸ਼ੋਅ ਦੇ ਜ਼ਰੀਏ ਸਾਰੀ ਸੰਗਤ ਨੂੰ ਜੋ ਸੁਣਦੇ ਪਏ ਨੇ, ਵੀ ਪੰਜਾਬ ਦੇ ਵਿੱਚ ਕੀ ਹੁੰਦਾ ਜਦੋਂ ਕਮੇਟੀ ਨੇ ਇੱਕ ਗ੍ਰੰਥੀ ਸਿੰਘ ਨੂੰ ਨਿਯੁਕਤ ਕਰਨਾ ਹੁੰਦਾ, ਤਾਂ ਉਹਦੀ ਨਿਯੁਕਤੀ ਕਿਹੜੀ ਚੀਜ਼ ਤੇ ਨਿਰਭਰ ਕਰਦੀ ਹੈ? ਉਹ ਇਸ ਤੇ ਨਿਰਭਰ ਨਹੀਂ ਕਰਦੀ ਉਹ ਕਿੰਨਾ ਪੜਿਆ ਹੋਇਆ, ਇਹ ਵੀ ਨਹੀਂ, ਹਾਂ ਕਿੰਨੀ ਨੌਲੇਜ ਹੈ ਨਹੀਂ ਵੇਖਿਆ ਜਾਂਦਾ, ਠੀਕ ਹੈ। ਉਹਨੇ ਕਿੱਥੋਂ ਕੋਰਸ ਕੀਤਾ ਨਹੀਂ ਵੇਖਿਆ ਜਾਂਦਾ, ਉਹ ਮਤਲਬ ਕਿੰਨਾ ਉਹਦੇ ਕੋਲ ਐਕਸਪੀਰੀਅੰਸ ਹੈ ਨਹੀਂ ਵੇਖਿਆ ਜਾਂਦਾ, ਕਿੰਨੀ ਪਹੁੰਚ ਹੈ, ਹਾਂ ਕਿੰਨੀ ਪਹੁੰਚ ਹੈ, ਕੀ ਵੇਖਿਆ ਜਾਂਦਾ ਕਿੰਨੇ ਪੈਸੇ ਲਊ, ਠੀਕ ਹੈ ਨਾ। ਇੱਕ ਗ੍ਰੰਥੀ ਸਿੰਘ ਦੀ ਜਿਹੜੀ ਯੋਗਤਾ ਹੈ ਉਹਦੀ ਪੜ੍ਹਾਈ ਲਿਖਾਈ ਤੇ ਉਹਦੇ ਤਜਰਬੇ ਤੇ ਨਿਰਭਰ ਨਹੀਂ ਕਰਦੀ, ਸਿਰਫ ਉਹਦੀ ਤਨਖਾਹ ਤੇ ਨਿਰਭਰ ਕਰਦੀ ਹੈ। ਜੇ ਇੱਕ ਕਹਿ ਰਿਹਾ ਮੈਂ 5000 ਲੈਣਾ, ਕਮੇਟੀ ਉਹਨੂੰ ਇਗਨੋਰ ਕਰ ਦੂਗੀ। ਜੇ ਦੂਜਾ ਕੇ ਕਹਦੇ ਮੈਂ 2500 ਲੈਣਾ ਤੇ ਕਮੇਟੀ ਕਹੇ ਇਹ ਚੰਗਾ, ਜੇ ਉਸ ਤੋਂ 3 ਮਹੀਨਿਆਂ ਬਾਅਦ ਆ ਕੇ ਕੋਈ ਕਹੇ ਮੈਂ 1500 ਤੇ ਸੇਵਾ ਕਰ ਲੂ ਤੇ ਕਮੇਟੀ ਕਹੇ ਇਸ ਤੋਂ ਵੀ ਚੰਗਾ, ਹੈ ਨਾ। ਉਹਨਾਂ ਨੇ ਸਿਰਫ ਪੈਸਾ ਦੇਖਣਾ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਕਿ ਨਹੀਂ ਕਰਨਾ। ਸਾਡੇ ਜਿਹੜੇ ਗੁਰਦੁਆਰੇ ਨੇ, ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨੂੰ ਨਮਸਕਾਰ ਕਰਨੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਉਹਦੇ ਤੋਂ ਅਸੀਂ ਵਿਚਾਰਧਾਰਾ ਦੀ ਸੇਧ ਲੈਣੀ ਹੁੰਦੀ, ਜਿੱਥੋਂ ਆਪਾਂ ਵਿਚਾਰ ਕਰ ਰਹੇ ਸੀਗੇ। ਤੇ ਗੁਰੂ ਗ੍ਰੰਥ ਸਾਹਿਬ ਜੋ ਸਾਨੂੰ ਸੇਧ ਦੇ ਰਹੇ ਨੇ ਉਹ ਇੱਕ ਚੰਗਾ ਇਨਸਾਨ ਬਣਨ ਵਾਸਤੇ, ਇੱਕ ਚੰਗਾ ਮਨੁੱਖ ਬਣਨ ਵਾਸਤੇ, ਕਿਉਂਕਿ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ, ਹੈ ਨਾ। ਉਹ ਕਹਿੰਦੇ ਅਸੀਂ ਨਾ ਹਿੰਦੂ ਆ ਨਾ ਮੁਸਲਮਾਨ ਆ, ਅਸੀਂ ਰੱਬ ਦੇ ਸਾਜੇ ਹੋਏ ਇੱਕ ਇਨਸਾਨ। ਹੁਣ ਰੱਬ ਦਾ ਸਾਜਿਆ ਹੋਇਆ ਇਨਸਾਨ ਜਿਹੋ ਜਿਹਾ ਉਹਨੇ ਬਣਾ ਦਿੱਤਾ, ਜੇ ਐਜ਼ ਇਟ ਇਜ਼ ਉਹ ਉਦਾਂ ਦਾ ਰਹਿੰਦਾ ਤਾਂ ਕੁਦਰਤੀ ਉਹ ਸਿੱਖ ਬਣੇਗਾ, ਇਸ ਰੂਪ ਦੇ ਵਿੱਚ ਆਵੇਗਾ, ਹੈ ਨਾ। ਬੋਧੀ ਤਾਂ ਉਹਨੂੰ ਕਟਾਉਣੀ ਪਏਗੀ ਤੇ ਮੁੱਛਾਂ ਵੀ ਉਹਨੂੰ ਕਤਲ ਕਰਾ ਕੇ ਫਿਰ ਉਹਨੂੰ ਹੋਰ ਪਾਸੇ ਜਾਣਾ ਪਏਗਾ, ਤੇ ਜਿੱਦਾਂ ਦਾ ਉਹਨੂੰ ਬਣਾਇਆ ਜੇ ਉਦਾਂ ਦਾ ਉਹ ਬਣ ਕੇ ਰਹਿੰਦਾ ਤਾਂ ਕੁਦਰਤੀ ਹੈ ਵੀ ਉਹ ਇਸ ਮਾਰਗ ਤੇ ਤੁਰਦਾ ਹੈ। ਪਰ ਇੱਥੇ ਹੋਇਆ ਕੀ, ਸਾਡੇ ਦੱਸਣ ਦੇ ਵਿੱਚ ਜਿਹੜੀ ਸੀ ਥੋੜੀ ਜਿਹੀ ਘਾਟ ਪੈ ਗਈ। ਦੱਸਣ ਵਾਲੇ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਉਹ ਨਹੀਂ ਦੱਸ ਸਕੇ, ਤੇ ਸੁਣਨ ਵਾਲਿਆਂ ਨੇ ਉਹ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਸਾਡੇ ਵਿੱਚ ਕੀ ਚੀਜ਼ਾਂ ਆ ਗਈਆਂ, ਇੱਥੇ ਗਿਰਾਵਟ ਆਉਣ ਦੇ ਕਾਰਨ ਮੈਂ ਕੁਝ ਇਹ ਸਮਝਦਾ ਬਈ ਜਿਹੜੇ ਇੱਕ ਤਾਂ ਸਾਡੇ ਪ੍ਰਚਾਰਕ ਨੇ, ਤੇ ਦੂਸਰਾ ਜਿਨ੍ਹਾਂ ਨੂੰ ਅਸੀਂ ਪ੍ਰਚਾਰਕ ਬਣਾ ਦਿੱਤਾ, ਜਿਹੜੇ ਨਹੀਂ ਸੀ ਉਹਨਾਂ ਨੂੰ ਬਣਾ ਦਿੱਤਾ ਗਿਆ, ਤੇ ਉਹਨਾਂ ਨੂੰ ਅਸੀਂ ਪ੍ਰਚਾਰਕ ਰੂਪ ਦੇ ਵਿੱਚ ਕਬੂਲ ਕਰ ਲਿਆ। ਸ਼ਾਇਦ ਤੁਸੀਂ ਹੋ ਸਕਦਾ ਸਮਝ ਰਹੇ ਹੋਵੋ ਉਹ ਸਾਰੇ ਬੰਦੇ, ਤੇ ਉਹਨਾਂ ਤੋਂ ਹੁਣ ਜੋ ਅਸੀਂ ਸੇਧ ਲੈ ਰਹੇ ਹਾਂ, ਇੱਕ ਮੈਂ ਤੁਹਾਡੇ ਨਾਲ ਇੱਥੇ ਗੱਲ ਸਾਂਝੀ ਕਰਨੀ ਚਾਹਾਂਗਾ। ਸਾਡੀਆਂ ਜੋ ਸੰਸਥਾਵਾਂ ਨੇ ਸਿਰਮੌਰ ਸ਼੍ਰੋਮਣੀ, ਮੈਂ ਕਿਸੇ ਥਾਂ ਤੇ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਸੰਥਿਆ ਦੇ ਰਿਹਾ ਸੀ ਸੁਖਮਨੀ ਸਾਹਿਬ ਦੀ, ਅੱਛਾ ਜੀ, ਤੇ ਉਹ ਪੜ੍ਹ ਰਿਹਾ ਸੀ। ਇੱਕ ਅਸ਼ਟਪਦੀ ਪੜ੍ਹੀ, ਠੀਕ ਪੜ੍ਹ ਦਿੱਤੀ ਉਹਨੇ। ਦੂਸਰੀ ਪੜ੍ਹੀ, ਪੜ੍ਹ ਕੇ ਜਦੋਂ ਤੀਸਰੀ ਸ਼ੁਰੂ ਕਰਨ ਲੱਗਿਆ ਉਹ ਮੈਨੂੰ ਕਹਿੰਦਾ ਗਿਆਨੀ ਜੀ ਪਾਠ ਇੱਥੇ ਗਲਤ ਲਿਖਿਆ ਹੋਇਆ। ਮੈਂ ਕਿਹਾ ਗਲਤ ਤਾਂ ਨਹੀਂ, ਪਾਠ ਬਿਲਕੁਲ ਸਹੀ ਆ। ਕਹਿੰਦਾ ਨਹੀਂ ਇੱਥੇ ਮਿਸਿੰਗ ਆ। ਮੈਂ ਕਿਹਾ ਮਿਸਿੰਗ ਕੀ ਆ? ਇਹ ਕਹਿੰਦਾ ਅਸ਼ਟਪਦੀ ਤੋਂ ਬਾਅਦ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੇ ਮਨ ਵਿਸਰਾਮ ਇੱਥੇ ਨਹੀਂ ਲਿਖਿਆ ਹੋਇਆ। ਮੈਂ ਕਿਹਾ ਪੁੱਤੇ ਤੇ ਰਹਾਉ ਦੀ ਪੰਕਤੀ ਸਿਰਫ ਇੱਕ ਥਾਂ ਤੇ ਆਉਂਦੀ, ਇੱਥੇ ਤੇ ਆ ਨਹੀਂ ਸਕਦੀ। ਕਹਿੰਦਾ ਨਹੀਂ ਜੀ ਸਾਡੇ ਘਰ ਜਿਹੜਾ ਗੁਟਕਾ ਉਹ ਤੋਂ ਅਸੀਂ ਪਾਠ ਕਰਦੇ ਆ, ਮੇਰੇ ਮੰਮੀ ਡੈਡੀ ਪਾਠ ਕਰਦੇ ਆ, ਉਹਦੇ ਤਾਂ ਹਰੇਕ ਅਸ਼ਟਪਦੀ ਤੋਂ ਬਾਅਦ ਚ ਲਿਖੀ ਹੋਈ ਆ। ਮੈਂ ਕਿਹਾ ਤੁਹਾਡੇ ਘਰ ਗੁਟਕਾ ਕਿੰਨਾ ਦਾ? ਕਹਿੰਦਾ ਜੀ ਬਾਬਿਆਂ ਦੀ ਫੋਟੋ ਲੱਗੀ ਹੋਈ। ਮੈਂ ਕਿਹਾ ਨਾਨਕਸਰੀਆਂ ਦਾ ਤਾਂ ਨਹੀਂ? ਕਹਿੰਦਾ ਸ਼ਾਇਦ ਉਹਨਾਂ ਦਾ ਹੀ ਹੋਵੇ। ਹੁਣ ਵੇਖੋ ਉਹ ਗੁਟਕਿਆਂ ਦੇ ਵਿੱਚ ਜਿਹੜੀ ਚੀਜ਼ ਲਾ ਕੇ ਉਹਨਾਂ ਨੇ ਪ੍ਰਚਲਿਤ ਕਰ ਦਿੱਤੀ, ਬਿਲਕੁਲ ਚੇਂਜ ਕਰਤਾ, ਹਾਂ ਉਹਨੂੰ ਚੇਂਜ ਕਰ ਦਿੱਤਾ। ਹੁਣ ਉੱਥੇ ਜਿਹੜੀਆਂ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਨੇ, ਸਾਡਾ ਅਕਾਲ ਤਖਤ ਸਾਹਿਬ ਆ, ਕੀ ਇਹ ਗੁਰਬਾਣੀ ਦੀ ਤੋੜਪੰਨ ਨਹੀਂ ਹੈਗੀ? ਬਿਲਕੁਲ ਹੈਗੀ ਆ। ਉੱਥੇ ਸਾਡਾ ਅਕਾਲ ਤਖਤ ਸਾਹਿਬ ਕੀ ਇੱਥੇ ਰੋਲ ਅਦਾ ਕਰ ਰਿਹਾ ਹੈ ਨਾ, ਮਤਲਬ ਉਹ ਚੁੱਪ ਆ। ਬਿਲਕੁਲ ਜੀ। ਉਸ ਤੋਂ ਇਲਾਵਾ ਅੱਜ ਹੀ ਇਸ ਵਿਸ਼ੇ ਤੇ ਗੱਲਬਾਤ ਚੱਲ ਰਹੀ ਸੀ ਕਿ ਕਈ ਗੁਟਕਿਆਂ ਦੇ ਵਿੱਚ ਤਾਂ ਜਿਹੜੇ ਅਧਕ ਹੈਗੀ ਹੈ ਜਾਂ ਹੋਰ ਵਿਆਕਰਨ ਉਸ ਨੂੰ ਵੀ ਤਬਦੀਲ ਕੀਤਾ ਜਾ ਰਿਹਾ, ਤੇ ਇਹ ਅੱਜ ਸੈਂਚੀਆਂ ਬਣ ਕੇ ਮਾਰਕੀਟ ਵਿੱਚ ਆ ਚੁੱਕੀਆਂ ਹੈਗੀਆਂ। ਬਿਲਕੁਲ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਡੇ ਤੇ ਇਫੈਕਟ ਐਸਾ ਕਰ ਰਹੀਆਂ ਨੇ ਵੀ ਸਾਨੂੰ ਜਿਹੜਾ ਗੁਰਬਾਣੀ ਦਾ ਉਪਦੇਸ਼ ਸੀਗਾ ਉਹਦੇ ਨਾਲੋਂ ਤੋੜ ਕੇ ਕੇਵਲ ਤੇ ਕੇਵਲ ਸਾਡੀ ਜਿਹੜੀ ਕੁਝ ਕੁ ਡਿਮਾਂਡ ਹੁੰਦੀ ਹੈ ਮਨ ਦੀ, ਉੱਥੋਂ ਤੱਕ ਸੀਮਿਤ ਕਰ ਦਿੱਤਾ ਹੈ ਨਾ। ਅੱਜ ਹੁਣ ਜਿਹੜਾ ਬੰਦਾ ਗੁਰਦੁਆਰੇ ਆਉਂਦਾ, ਗੁਰਦੁਆਰੇ ਆ ਕੇ ਨਮਸਕਾਰ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਉਹਦਾ ਮੱਥਾ ਟੇਕਣ ਤੋਂ ਭਾਵ ਇਹ ਨਹੀਂ ਹੁੰਦਾ ਮੈਂ ਗੁਰੂ ਨੂੰ ਆਤਮ ਸਮਰਪਣ ਕਰ ਰਿਹਾ। ਹਾਲਾਂਕਿ ਮੱਥਾ ਟੇਕਣਾ ਕੀ ਹੈ? ਗੁਰੂ ਨੂੰ ਆਤਮ ਸਮਰਪਣ ਕਰਨਾ, ਆਪਣਾ ਮਤ ਨੂੰ ਤਿਆਗਣਾ ਤੇ ਆਪਣੀ ਮਤ ਨੂੰ ਲੈਣਾ ਹੈ ਨਾ। ਤੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਵੋਗੇ, ਸੰਗਤਾਂ ਜਿਹੜੀਆਂ ਕਰਦੀਆਂ ਉਹਨਾਂ ਦੇ ਚੇਤੇ ਹੋਵੇਗਾ ਉਹਦੇ ਵਿੱਚ ਆਉਂਦਾ ਹੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਸ, ਹੈ ਨਾ। ਤੇ ਹੁਣ ਕੀ ਹੈ ਮਨ ਵੇਚਣਾ?
ਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਜਿਹੜੀ ਚੀਜ਼ ਆਪਾਂ ਵੇਚ ਦਿੰਦੇ ਆ ਉਹ ਤੇ ਸਾਡਾ ਕੋਈ ਅਧਿਕਾਰ ਨਹੀਂ। ਠੀਕ, ਸਾਡੇ ਕੋਲ ਇੱਕ ਘਰ ਹੈ, ਬਿਲਕੁਲ ਅਸੀਂ ਉਹ ਵੇਚ ਦਿੱਤਾ, ਜਿਹਨੇ ਖਰੀਦਿਆ ਹੁਣ ਉਹਦੀ ਮਰਜ਼ੀ ਹੈ, ਉਹ ਜੋ ਮਰਜ਼ੀ ਉੱਥੇ ਬਣਾਵੇ, ਜਿੱਦਾਂ ਦਾ ਮਰਜ਼ੀ ਉਹਨੂੰ ਕਰ ਲੇ, ਸਾਡੇ ਤਾਂ ਕੋਈ ਮਰਜ਼ੀ ਨਹੀਂ ਰਹੇਗੀ। ਹੁਣ ਜੇ ਅਸੀਂ ਮੱਥਾ ਟੇਕ ਕੇ ਆਪਣਾ ਮਨ ਉਹਨੂੰ ਦੇ ਕੇ ਫਿਰ ਵੀ ਆਪਣੀ ਮਰਜ਼ੀ ਉੱਥੇ ਰੱਖਦੇ ਹਾਂ, ਇਹਦਾ ਮਤਲਬ ਅਸੀਂ ਆਪਣੇ ਜਿਹੜੀ ਚੀਜ਼ ਦੇਣ ਵਾਲੀ ਸੀ ਉਹ ਨਹੀਂ ਦਿੱਤੀ ਹੈਗੀ, ਹੈ ਨਾ। ਤੇ ਸਾਨੂੰ ਜਿਹੜਾ ਮੱਥਾ ਟੇਕਣ ਦਾ ਭਾਵ ਹੈਗਾ ਅਸਲ ਅਰਥਾਂ ਵਿੱਚ ਉਹ ਸਮਝ ਹੀ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਅਸੀਂ ਆਪਣੀ ਮੱਤ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਣ ਕਰਕੇ ਗੁਰੂ ਦੀ ਮੱਤ ਉਹਦੇ ਵਿੱਚੋਂ ਲੈਣੀ ਸੀ। ਠੀਕ, ਗੁਰੂ ਦੀ ਮੱਤ ਨਹੀਂ ਲਈ ਗਈ। ਗੁਰੂ ਦੀ ਮੱਤ ਨਾ ਲੈਣ ਕਰਕੇ ਕੀ ਹੋਇਆ, ਸੀਸ ਨਿਭਾਇਆ ਕਿਆ ਥੀ ਅਜਾ ਹਿਰਦੇ ਕੁਛ ਸ਼ੁੱਧ ਜਾ, ਹੈ ਨਾ। ਉਹ ਹਿਰਦਾ ਤਾਂ ਕੁਛ ਸ਼ੁੱਧ ਹੀ ਪਿਆ ਉਹਨਾਂ ਦਾ, ਉਹ ਤਾਂ ਸ਼ੁੱਧ ਹੋਇਆ ਨਾ। ਤੇ ਸ਼ੁੱਧ ਨਾ ਹੋਣ ਕਰਕੇ ਗੁਰਬਾਣੀ ਦੀ ਮੱਤ ਉਹਨਾਂ ਨੂੰ ਨਹੀਂ ਆਈ, ਤੇ ਗੁਰਬਾਣੀ ਦੀ ਮੱਤ ਨਾ ਆਉਣ ਕਰਕੇ ਜਿੱਥੇ ਉਹ ਪਹਿਲਾਂ ਖੜੇ ਸੀ ਅੱਜ ਵੀ ਉਹਨਾਂ ਦੀ ਜਿਹੜੀ ਪੁਸ਼ਤ ਆ ਉਸੇ ਥਾਂ ਤੇ ਰੁਕੀ ਹੋਈ ਹੈਗੀ, ਠੀਕ ਹੈ ਨਾ। ਤੇ ਇਹਦੇ ਵਿੱਚ ਅੱਗੇ ਜੋ ਸਾਨੂੰ ਸਿਖਾਉਣ ਵਾਲੇ ਸੀ ਉਹਨਾਂ ਨੇ ਵੀ ਕੁਝ ਕੁ ਇੱਦਾਂ ਦਾ ਸਿਖਾ ਦਿੱਤਾ ਕਿ ਅਸੀਂ ਦੂਸਰਿਆਂ ਤੱਕ ਸੀਮਿਤ ਹੋ ਗਏ ਸਿਰਫ। ਬਿਲਕੁਲ ਸਾਰਾ ਕਨਸੈਪਟ ਹੀ ਬਦਲ ਕੇ ਰਹਿ ਗਿਆ, ਜਦ ਕਿ ਉੱਥੇ ਮਤ ਗ੍ਰਹਿਣ ਕਰਨ ਜਾਣਾ ਸੀ, ਅਸੀਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਦਾ ਕਨਸੈਪਟ ਜਿਹੜਾ ਅਸੀਂ ਕਹਿੰਦੇ ਆ ਇੱਕ ਵਪਾਰੀਕਰਨ ਜੋ ਇਹ ਬਣ ਗਿਆ, ਇਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਾਰੇ ਹੀ ਵਰਗਾਂ ਦਾ ਜਿਹੜੇ ਪ੍ਰਬੰਧਕ ਤੋਂ ਲੈ ਕੇ ਕਥਾਵਾਚਕ ਤੋਂ ਲੈ ਕੇ ਹੋਰ ਜਿਹੜੀ ਸੰਗਤਾਂ ਨੇ ਉਹ ਵੀ ਜਿਸ ਮਕਸਦ ਨਾਲ ਜਾਂਦੇ ਨੇ ਪਤਾ ਹੀ ਨਹੀਂ ਹੈਗਾ, ਨਹੀਂ ਪਤਾ ਹੈਗਾ। ਇਹੀ ਗੱਲ ਹਾਂਜੀ ਹਾਂ, ਤੁਹਾਡੀ ਗੱਲ ਬਹੁਤ ਸਿਆਣੀ ਇੱਥੇ। ਤੇ ਉਹ ਜਿਹੜਾ ਜਿਸ ਮਕਸਦ ਵਾਸਤੇ ਅਸੀਂ ਜਾ ਰਹੇ ਹਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਅਸੀਂ ਕੀ ਕਰਨ ਜਾ ਰਹੇ ਹਾਂ। ਅਸੀਂ ਮੱਤ ਲੈਣ ਜਾਣਾ ਸੀ, ਹੁਣ ਜੇ ਇਹ ਪਤਾ ਚੱਲ ਜਾਵੇ ਅਸੀਂ ਮੱਤ ਲੈਣ ਵਾਸਤੇ ਜਾ ਰਹੇ ਹਾਂ, ਹੈ ਨਾ, ਫਿਰ ਉੱਥੇ ਜੇ ਸਾਨੂੰ ਮੱਤ ਨਹੀਂ ਦਿੱਤੀ ਜਾ ਰਹੀ ਅਸੀਂ ਸਵਾਲ ਕਰ ਸਕਦੇ ਹਾਂ ਉੱਥੇ। ਬਿਲਕੁਲ ਜੀ, ਲੇਕਿਨ ਤਦ ਹੀ ਜਸਵਿੰਦਰ ਸਿੰਘ ਜੀ ਸਵਾਲ ਕਰ ਸਕਾਂਗੇ ਜੇ ਸਾਨੂੰ ਆਪ ਪਤਾ ਹੋਵੇ ਕਿ ਕੀ ਅਸੀਂ ਸੁਣਨ ਜਾ ਰਹੇ ਹਾਂ ਤੇ ਜੋ ਕੁਝ ਦੱਸਿਆ ਜਾ ਰਿਹਾ ਕਿ ਇਹ ਗੁਰਮਤ ਅਨੁਕੂਲ ਹੈ ਕਿ ਨਹੀਂ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣੇ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਿ ਇਹ ਜਿਹੜਾ ਕਨਸੈਪਟ ਹੁਣ ਬਣ ਚੁੱਕਿਆ ਕਿ ਅਸੀਂ ਵਪਾਰੀਕਰਨ ਬਣਾਤਾ ਗੁਰਬਾਣੀ ਨੂੰ, ਅਸੀਂ ਸਿਰਫ ਆਪਣੀਆਂ ਸੁਖਨਾ ਪੂਰਨਾ ਤੱਕ ਸੀਮਿਤ ਕਰ ਦਿੱਤਾ, ਇਹ ਗੁਰੂ ਸਾਹਿਬ ਦਾ ਕੀ ਕਨਸੈਪਟ ਸੀ, ਇਸ ਬਾਰੇ ਜਾਣਕਾਰੀ ਲੈਣੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ, ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਖਾਲਸਾ ਦਰਬਾਰ ਵੈਂਕੂਵਰ ਤੋਂ ਆਏ ਹੋਏ ਸਾਡੇ ਮਹਿਮਾਨ ਭਾਈ ਜਸਵਿੰਦਰ ਸਿੰਘ ਜੀ ਅੱਜ ਬਹੁਤ ਹੀ ਇੱਕ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰ ਰਹੇ ਨੇ ਕਿ ਗੁਰੂ ਨੂੰ ਸਮਰਪਿਤ ਹੋਣ ਦਾ ਕੀ ਮਤਲਬ ਹੈ, ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਕੀ ਸਿੱਖਣਾ ਹੈ, ਮੱਥਾ ਟੇਕਣ ਤੋਂ ਕੀ ਅਸੀਂ ਲਾਹਾ ਲੈਣਾ ਹੈ, ਇਸ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਆਓ ਹੋਰ ਜਾਣਕਾਰੀ ਲੈਣੇ ਆ ਤੇ ਇਸ ਦੇ ਉੱਤੇ ਆਪਣੇ ਯਤਨ ਕਰੀਏ ਕਿ ਕਿਸ ਤਰ੍ਹਾਂ ਅਸੀਂ ਵੀ ਤੁਰ ਸਕਦੇ ਹਾਂ। ਜੀ ਭਾਈ ਸਾਹਿਬ, ਸੋ ਜਿਸ ਤਰ੍ਹਾਂ ਗੱਲ ਚੱਲ ਰਹੀ ਸੀ ਕਿ ਸਮਝ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ, ਗੁਰੂ ਦਾ ਮੈਸੇਜ ਤਾਂ ਪਹਿਲਾਂ ਵੀ ਉਹੀ ਸੀ, ਅੱਜ ਵੀ ਸੀ, ਪਰ ਅੱਜ ਅਸੀਂ ਜਿਸ ਤਰੀਕੇ ਨਾਲ ਵਪਾਰੀਕਰਨ ਕਰ ਦਿੱਤਾ, ਸੁਖਨਾਵਾਂ ਪੂਰੀਆਂ ਕਰਨ ਵਾਸਤੇ ਤੱਕ ਗੁਰੂ ਸਾਹਿਬ ਤੱਕ ਅਸੀਂ ਜਾਂਦੇ ਹਾਂ, ਜਾਂ ਜਿਹੜਾ ਮਕਸਦ ਨਾਲ ਜਿਸ ਇੰਟੈਂਟ ਨਾਲ ਜਾਂਦੇ ਉਹ ਸਾਨੂੰ ਆਪ ਹੀ ਨਹੀਂ ਪਤਾ, ਉਹ ਸਿਰਫ ਸਾਡੇ ਦੁਨਿਆਵੀ ਚੀਜ਼ਾਂ ਤੱਕ ਹੀ ਸੰਬੰਧਿਤ ਰਹਿ ਗਿਆ। ਇਹਦੇ ਬਾਰੇ ਥੋੜ੍ਹਾ ਜਿਹਾ ਵਿਸਤਾਰ ਵਿੱਚ ਹੋਰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਤੋਂ ਤੁਸੀਂ ਕਿਹਾ ਆਪਣੀ ਮੱਤ ਨੂੰ ਤਿਆਗਣਾ, ਸਮਰਪਿਤ ਹੋਣਾ, ਤੇ ਜਦੋਂ ਅਸੀਂ ਉਸ ਸਮਰਪਿਤ ਹੋ ਹੀ ਨਹੀਂ ਰਹੇ ਤਾਂ ਫਿਰ ਕਿੱਥੇ ਅਸੀਂ ਆਪਣੇ ਆਪ ਨੂੰ ਸਿੱਖ ਖਵਾ ਸਕਨੇ? ਹਾਂਜੀ, ਤੇ ਇੱਥੇ ਆਪਾਂ ਇੱਕ ਚੀਜ਼ ਨੂੰ ਸਾਂਝਾ ਕਰਾਂਗੇ ਜੀ। ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਣੀ ਜੀ, ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਦਾ ਅੰਗ ਨੇ। ਠੀਕ ਹੈ, ਪਰ ਇੱਥੇ ਮੱਥਾ ਟੇਕਣ ਤੋਂ ਅੱਗੇ ਹੀ ਅਸੀਂ ਨਹੀਂ ਗਏ, ਹੈ ਨਾ। ਅਸੀਂ ਹੋਰ ਇੱਥੋਂ ਕੀ ਸਿੱਖਾਂਗੇ ਜੀ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹਾ ਭੰਡਾਰ ਪਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਈਆਂ ਨੇ ਜਿਨ੍ਹਾਂ ਨੂੰ ਸਿੱਖਣਾ, ਜਿਨ੍ਹਾਂ ਨੂੰ ਸਮਝਣਾ ਸਾਡੀ ਸਮੇਂ ਦੀ ਲੋੜ ਹੈ। ਇੱਕ ਜੋ ਗੱਲ ਮੈਂ ਸਾਂਝੀ ਕਰਨ ਲੱਗਿਆ ਸੀਗਾ ਜੀ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਾਨੂੰ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ, ਅਸੀਂ ਕੇਵਲ ਦੂਸਰਿਆਂ ਤੇ ਨਿਰਭਰ ਹੋ ਕੇ ਉੱਥੋਂ ਤੱਕ ਸੀਮਿਤ ਰਹਿ ਗਏ, ਠੀਕ ਹੈ ਨਾ। ਤੇ ਸਾਡੇ ਹੁਣ ਖਾਸ ਤੌਰ ਤੇ ਇੰਡੀਆ ਦੇ ਵਿੱਚ ਪੰਜਾਬ ਦਾ ਜਿਹੜਾ ਇੱਕ ਬਹੁਤ ਵੱਡਾ ਹਿੱਸਾ ਹੈਗਾ, ਉਹ ਕੁਝ ਕੁ ਉਹਨਾਂ ਲੋਕਾਂ ਤੱਕ ਸੀਮਿਤ ਹੋ ਗਿਆ ਜਿਹੜੇ ਸਿੱਧੇ ਰੂਪ ਦੇ ਵਿੱਚ ਲੋਕਾਂ ਨੂੰ ਗੁਰਬਾਣੀ ਦੇ ਅਰਥ ਦੱਸ ਰਹੇ ਨੇ, ਧਾਰਨਾ ਲਾ ਕੇ ਦੀਵਾਨ ਲਾਉਂਦੇ ਨੇ, ਠੀਕ। ਤੇ ਉਹ ਕੀ ਦੱਸ ਰਹੇ ਨੇ? ਉਹ ਦੱਸ ਰਹੇ ਨੇ ਵੀ ਜਿਹੜਾ ਨਾਮ ਜਪਣਾ ਹੈਗਾ, ਜਿਹੜਾ ਸਿਮਰਨ ਕਰਨਾ ਹੈਗਾ, ਉਹ ਦੁਨਿਆਵੀ ਲੋਕਾਂ ਦਾ ਕੰਮ ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਜਿਹੜੀ ਸਿੱਖਿਆ ਹੈ ਉਹ ਨਹੀਂ ਦੱਸ ਰਹੇ, ਉਹਨੂੰ ਲੁਕੋ ਕੇ ਦੁਨੀਆ ਨੂੰ ਆਪਣੇ ਤੱਕ ਸੀਮਿਤ ਕਰਨ ਲਈ ਉਹ ਕੀ ਕਹਿੰਦੇ ਆ ਵੀ ਜਿਹੜਾ ਨਾਮ ਜਪਣਾ, ਸਿਮਰਨ ਕਰਨਾ, ਸੇਵਾ ਕਰਨੀ, ਧਰਮ ਦੇ ਜਿਹੜੇ ਅੰਗ ਨਿਭਾਉਣੇ ਨੇ ਉਹ ਤੁਹਾਡੇ ਵੱਸ ਦੀ ਗੱਲ ਨਹੀਂ, ਦੁਨਿਆਵੀ ਲੋਕਾਂ ਦਾ ਕੰਮ ਨਹੀਂ, ਸੰਸਾਰਿਕ ਲੋਕਾਂ ਦਾ ਕੰਮ ਨਹੀਂ। ਤੇ ਉਹ ਪੰਕਤੀਆਂ ਗੁਰਬਾਣੀ ਦੇ ਵਿੱਚੋਂ ਲੈ ਲੈਂਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਦਾਂ ਦੀਆਂ ਗੱਲਾਂ ਕਰਕੇ ਮਤਲਬ ਸਾਡੀ ਜਿਹੜੀ ਸੁਰਤ ਹੈਗੀ ਉਹਨੂੰ ਇਦਾਂ ਉਹ ਮੋਟੀਵੇਟ ਕਰਦੇ ਨੇ। ਅਸੀਂ ਆਪਣੇ ਆਪ ਮੰਨ ਲੈਂਦੇ ਹਾਂ ਵੀ ਵਾਕਈ ਅਸੀਂ ਸਿਮਰਨ ਨਹੀਂ ਕਰ ਸਕਦੇ, ਹਾਲਾਂਕਿ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਆ? ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ। ਠੀਕ ਹੈ। ਉਹ ਕਹਿੰਦੇ ਵੀ ਜਿਹੜਾ ਅਕਾਲ ਪੁਰਖ ਦਾ ਗਿਆਨ ਹੈ ਇਹ ਤਾਂ ਬੀਜ ਰੂਪ ਆ। ਠੀਕ ਹੈ ਜੀ। ਤੇ ਹੁਣ ਉਦਾਹਰਣ ਲਓ, ਗੁਰੂ ਸਾਹਿਬ ਨੇ ਕਿੰਨੀ ਸੋਹਣੀ ਉਦਾਹਰਣ ਲਈ ਇੱਕ ਬੀਜ ਦੀ। ਬੀਜ ਨੂੰ ਅਸੀਂ ਬੀਜਣਾ ਹੋਵੇ, ਜੀ, ਉਹ ਕਦੇ ਨਹੀਂ ਕਹਿੰਦਾ ਮੈਨੂੰ ਇੱਕ ਸੰਨਿਆਸੀ ਬੀਜੇ, ਮੈਨੂੰ ਇੱਕ ਬੱਚਾ ਬੀਜੇ, ਮੈਨੂੰ ਇੱਕ ਬੁੱਢਾ ਬੀਜੇ। ਬਿਲਕੁਲ। ਬੀਜ ਨੂੰ ਤਾਂ ਸਿਰਫ ਬੀਜਣ ਵਾਲਾ ਚਾਹੀਦਾ। ਰਾਈਟ। ਉਹਨੂੰ ਜਿਹੜਾ ਬੀਜਣ ਵਾਲਾ ਮਿਲ ਗਿਆ ਉਹਨੇ ਉੱਗ ਪੈਣਾ। ਠੀਕ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਗਿਆਨ ਆ, ਜੋ ਅਕਾਲ ਪੁਰਖ ਦਾ ਨਾਮ ਹੈ, ਜੋ ਸਿਮਰਨ ਆ, ਉਹਨੂੰ ਕੇਵਲ ਤੇ ਕੇਵਲ ਆਪਣੇ ਜੀਵਨ ਵਿੱਚ ਅਪਣਾਉਣ ਵਾਲਾ ਚਾਹੀਦਾ। ਠੀਕ ਹੈ। ਉਹ ਜਿਹੜਾ ਵੀ ਹੋ ਸਕਦਾ। ਠੀਕ ਹੈ। ਇੱਥੇ ਕੋਈ ਕੰਡੀਸ਼ਨ ਨਹੀਂ ਕਿ ਉਹ ਸਿਰਫ ਅਣਵਿਆਹਿਆ ਹੋਵੇ, ਇੱਥੇ ਕੋਈ ਕੰਡੀਸ਼ਨ ਨਹੀਂ ਉਹ ਬਜ਼ੁਰਗ ਹੋਵੇ, ਕੋਈ ਕੰਡੀਸ਼ਨ ਨਹੀਂ ਕਿ ਉਹ ਬੱਚਾ ਹੋਵੇ। ਠੀਕ ਹੈ। ਇੱਥੇ ਜਿਹੜਾ ਵੀ ਉਸ ਚੀਜ਼ ਨੂੰ ਅਪਣਾ ਲੈਂਦਾ ਹੈ। ਹੁਣ ਤੁਸੀਂ ਆਪਣੇ ਗੁਰੂ ਸਾਹਿਬ ਦੇ ਜੀਵਨ ਤੇ ਝਾਤੀ ਮਾਰ ਕੇ ਦੇਖੀਏ, ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 10 ਸਰੀਰਾਂ ਦੇ ਵਿੱਚੋਂ ਦੀ ਆਏ ਨੇ। ਤੇ 10ਾਂ ਦੇ ਵਿੱਚੋਂ ਦੀ 3 ਕੇ 4 ਥਾਵਾਂ ਤੇ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਔਰ ਗੁਰੂ ਹਰਿਰਾਏ ਸਾਹਿਬ, ਉਮਰ ਲਗਭਗ 35 ਤੋਂ 40 ਸਾਲ ਦੀ ਹੈ ਜਦੋਂ ਗੁਰਿਆਈ ਮਿਲੀ। ਠੀਕ ਹੈ। ਇਹਨਾਂ ਦੇ ਵਿੱਚੋਂ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਉਮਰ 10 ਸਾਲ ਤੋਂ ਛੋਟੀ ਹੈ ਜਦੋਂ ਗੁਰਿਆਈ ਮਿਲ ਗਈ ਉਹਨਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਸੀ 9 ਸਾਲਾਂ ਦੀ ਉਮਰ ਵਿੱਚ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲੀ ਸੀ 5 ਸਾਲਾਂ ਦੀ ਉਮਰ ਵਿੱਚ। ਤੇ ਇਸ ਤੋਂ ਅੱਗੇ ਜਾ ਕੇ ਜੇ ਆਪਾਂ ਵੇਖਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਨੂੰ, ਉਹਨਾਂ ਨੂੰ ਮਿਲੀ ਸੀ 11 ਸਾਲ ਦੀ ਉਮਰ ਵਿੱਚ। ਤੇ ਜੇ ਗੁਰੂ ਨਾਨਕ ਸਾਹਿਬ ਉਹ ਤੇ ਧੁਰ ਤੋਂ ਹੀ ਸੀ, ਉਹਨਾਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਕਦੋਂ ਮਿਲੀ ਸੀ। ਗੁਰੂ ਅਮਰਦਾਸ ਜੀ ਉਹ ਵੱਡੀ ਉਮਰ ਦੇ ਸੀ। ਤਿੰਨੇ ਜਿਹੜੇ ਉਮਰ ਦੀਆਂ ਸਟੇਜਾਂ ਹੈਗੀਆਂ ਨੇ, ਉਹਨਾਂ ਨੂੰ ਆਪਾਂ ਗੁਰੂ ਦੇ ਜੀਵਨ ਵਿੱਚੋਂ ਵੇਖ ਲਈਏ, ਉਹ ਤਿੰਨੇ ਸਟੇਜਾਂ ਸਾਨੂੰ ਉੱਥੇ ਮਿਲ ਜਾਣਗੀਆਂ। ਉਹਨਾਂ ਤਿੰਨਾਂ ਤੋਂ ਵੇਖ ਕੇ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਸਾਡੇ ਗੁਰੂ ਆਪ ਗ੍ਰਸਤੀ ਸੀ, ਬਿਲਕੁਲ ਵਿਆਹੇ ਹੋਏ ਸੀ, ਹੱਥੀਂ ਕਿਰਤ ਕਰਦੇ ਸੀ, ਕਮਾ ਕੇ ਖਾਂਦੇ ਸੀ। ਇੱਥੋਂ ਤੱਕ ਸਾਡੇ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਆ। ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀ, ਕਈ ਇਤਿਹਾਸਕਾਰਾਂ ਇਹ ਗੱਲ ਲਿਖੀ, ਕਹਿੰਦੇ ਉਸ ਵੇਲੇ ਜਿਹੜਾ ਭੋਜਨ ਉਹਨਾਂ ਨੂੰ ਮਿਲਦਾ ਸੀ ਉਹ ਸਿੱਖ ਸੰਗਤ ਦੁਆਰਾ ਤਿਆਰ ਕੀਤਾ ਮਿਲਦਾ ਸੀ, ਤੇ ਉਹ ਭੋਜਨ ਉਹ ਸੀ ਜਿਹੜਾ ਉਹਨਾਂ ਦੀ ਚਲਦੀ ਪਰਚੂਨ ਦੀ ਦੁਕਾਨ ਦੇ ਵਿੱਚੋਂ ਹੋਈ ਆਮਦਨ ਤੋਂ ਤਿਆਰ ਕੀਤਾ ਜਾਂਦਾ ਸੀ, ਕਿਰਤ ਕਮਾਈ ਤੋਂ। ਠੀਕ ਹੈ ਨਾ। ਉਹ ਆਪ ਕਿਰਤ ਕਰਦੇ ਸੀ। ਗੁਰੂ ਨਾਨਕ ਸਾਹਿਬ ਆਪ ਹਲ ਵਾਹੁੰਦੇ ਸੀ, ਆਪ ਉਹ ਹੱਟੀ ਤੇ ਬੈਠੇ ਉਹਨਾਂ ਨੇ ਵਪਾਰ ਕੀਤਾ। ਪਰ ਜਿਹੜੇ ਅੱਜ ਦੇ ਸਾਡੇ ਪ੍ਰਚਾਰਕ ਨੇ, ਜਿਹੜੇ ਅੱਜ ਦੁਨੀਆ ਨੂੰ ਇਹ ਗੱਲ ਦੱਸ ਰਹੇ ਨੇ, ਉਹ ਆਪ ਇਹ ਚੀਜ਼ ਤੋਂ ਪਿੱਛੇ ਹਟ ਗਏ। ਬਿਲਕੁਲ ਜੀ, ਲੋਕਾਂ ਨੂੰ ਵੀ ਦੂਰ ਕਰ ਰਹੇ ਨੇ। ਹਾਂਜੀ, ਲੋਕਾਂ ਨੂੰ ਵੀ ਦੂਰ ਕਰ ਰਹੇ ਨੇ। ਠੀਕ ਹੈ। ਕਿਰਤ ਕਮਾਈ ਦੇ ਨਾਲੋਂ ਤੋੜ ਰਹੇ ਨੇ, ਔਰ ਕਿਸੇ ਨਾ ਕਿਸੇ ਥਾਂ ਤੇ ਉਹਨਾਂ ਨੂੰ ਇਹ ਦੱਸ ਰਹੇ ਨੇ ਵੀ ਜਿਹੜਾ ਨਾਮ ਜਪਣਾ ਜਾਂ ਜਿਹੜੀ ਸੇਵਾ ਕਰਨੀ ਜਾਂ ਧਰਮ ਕਮਾਉਣਾ ਹੈਗਾ, ਇਹ ਤੁਹਾਡਾ ਲੋਕਾਂ ਦਾ ਕੰਮ ਨਹੀਂ, ਤੁਹਾਡੇ ਵੱਸ ਦੀ ਗੱਲ ਨਹੀਂ। ਤੁਸੀਂ ਆਓ, ਸਾਨੂੰ ਮੱਥਾ ਟੇਕ ਦਿਓ, ਬਸ ਤੁਹਾਨੂੰ ਸਭ ਕੁਝ ਮਿਲ ਜਾਊਗਾ। ਜੋ ਤੁਸੀਂ ਸੁਖਣਾ ਸੁਖਣੀ ਹੈਗੀ ਆ, ਜੋ ਤੁਹਾਨੂੰ ਚਾਹੀਦਾ ਤੁਸੀਂ ਆ ਕੇ ਦੱਸ ਦਿਓ ਤੇ ਉਹ ਤੁਹਾਡਾ ਪੂਰਾ ਹੋ ਜਾਊ। ਅਗਲੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਆਖਿਆ ਸੀ ਸੁਖਣਾ ਸੁਖਣੀਆਂ ਜਾਂ ਹੋਰ ਗੱਲਾਂ। ਥੋੜਾ ਜਿਹਾ ਗੁਰਬਾਣੀ ਨੂੰ ਆਪਾਂ ਅਜੇ ਗੁਰਬਾਣੀ ਤੋਂ ਹਟ ਕੇ ਗੱਲ ਕਰੀਏ, ਕੇਵਲ ਤੇ ਕੇਵਲ ਸਿੱਖ ਸਿਧਾਂਤ ਦੇ ਵਿੱਚੋਂ। ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਇਹ ਮੈਂ ਗੱਲ ਇੱਥੇ ਰੋਕ ਕੇ ਸਵਾਲ ਉਹਨਾਂ ਸਾਰਿਆਂ ਨੂੰ ਪੁੱਛ ਰਿਹਾ ਜਿੰਨੇ ਵੀ ਸੁਣਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਆਂ ਲੜੀਆਂ ਤੋੜ ਦਿੰਦੇ ਆ, ਜਿਹੜੇ ਸੰਪਟ ਪਾਠ ਕਰਦੇ ਆ, ਉਹਨਾਂ ਸਾਰਿਆਂ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਇਸ ਪ੍ਰੋਗਰਾਮ ਦੇ ਜ਼ਰੀਏ, ਵੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ, ਪਹਿਲਾ ਪ੍ਰਕਾਸ਼ ਹੋਇਆ 1604 ਦੇ ਵਿੱਚ, ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਕੀ ਸੋਚ ਕੇ ਸੰਪਾਦਨਾ ਕੀਤੀ ਸੀ? ਕੀ ਉਹਨਾਂ ਨੇ ਇਹ ਸੋਚ ਕੇ ਸੰਪਾਦਨਾ ਕੀਤੀ ਸੀ ਵੀ ਮੇਰੇ ਸਿੱਖ ਆਉਣਗੇ ਅੱਗੇ 100 ਅਖੰਡ ਪਾਠ ਇਕੱਠੇ ਤੋਰ ਦਿਆ ਕਰਨਗੇ? ਉਹਨਾਂ ਨੇ ਇਹ ਸੋਚ ਕੇ ਸੰਪਾਦਨਾ ਕੀਤੀ ਸੀ ਵੀ ਸੰਪਟ ਪਾਠ ਹੋਇਆ ਕਰਨਗੇ? ਨਹੀਂ। ਉਹਨਾਂ ਦੀ ਜਿਹੜੀ ਸੰਪਾਦਨਾ ਕਰਨ ਤੋਂ ਭਾਵ ਸੀ ਉਹ ਇਹ ਸੀ ਵੀ ਸਾਰੀ ਗੁਰਬਾਣੀ ਇੱਕ ਥਾਂ ਤੇ ਇਕੱਠੀ ਹੋਵੇ ਤੇ ਇਹਦੇ ਤੋਂ ਸਿੱਖ ਸੇਧ ਲੈਣ, ਇਹਦੇ ਤੋਂ ਅਸੀਂ ਸਿੱਖਿਆ ਲੈਣੀ ਹੈ। ਤੇ ਉਹ ਸਿੱਖਿਆ ਲੈਣ ਦੀ ਜਿਹੜੀ ਹੈਗੀ ਸੀ ਕਨਸੈਪਟ, ਉਹ ਤਾਂ ਵਿੱਚੇ ਖਤਮ ਹੋ ਗਿਆ। ਅਸੀਂ ਕੇਵਲ ਤੇ ਕੇਵਲ ਸਾਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਇੰਨੇ ਪਾਠ ਦਿਓ, ਇੰਨੇ ਪੈਸੇ ਦਿਓ ਤੇ ਅਖੰਡ ਪਾਠ ਕਰਵਾ ਲਓ, ਇਹ ਕਰਵਾ ਲਓ, ਉਹ ਕਰਵਾ ਲਓ, ਤੁਹਾਡੀ ਮਨੋਕਾਮਨਾ ਪੂਰੀ ਹੋ ਜੂ। ਹਾਲਾਂਕਿ ਗੁਰਬਾਣੀ ਸਾਡੀ ਮਨੋਕਾਮਨਾ ਨੂੰ ਸਾਨੂੰ ਆਪ ਦੱਸਦੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਹੁਣ ਉਹ ਜਿਹੜੀ ਗੁਰਬਾਣੀ ਹੈਗੀ, ਗੁਰਬਾਣੀ ਸਾਨੂੰ ਇਹਨਾਂ ਸਾਰੇ ਦੇ ਸਾਰੇ ਫੁਰਨਿਆਂ ਸੰਕਲਪਾਂ ਤੋਂ ਉੱਪਰ ਉਠਾ ਕੇ ਇੱਕ ਨੈਚੁਰਲ ਜੀਵਨ ਬਿਤਾਉਣ ਦੀ ਸੋਝੀ ਦਿੰਦੀ ਹੈ। ਪਰ ਇਸ ਪਾਸਿਓਂ ਤੋੜ ਕੇ ਸਾਡੇ ਅੰਦਰ ਇੱਛਾ ਵੀ ਆਪ ਉਹਨਾਂ ਨੇ, ਜੈਸੇ ਤੁਸੀਂ ਦੁਨੀਆ 'ਚ ਦੇਖੋ ਹੁਣ ਸੰਸਾਰ 'ਚ ਕੀ ਹੁੰਦਾ ਹੈ, ਕਈ ਚੀਜ਼ਾਂ ਇਹੋ ਜਿਹੀਆਂ ਮਾਰਕੀਟ ਵਿੱਚ ਆ ਜਾਂਦੀਆਂ ਨੇ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ, ਪਰ ਉਹਨਾਂ ਦਾ ਪ੍ਰਚਾਰ ਇਸ ਢੰਗ ਨਾਲ ਕੀਤਾ ਜਾਂਦਾ, ਮਸ਼ਹੂਰੀ ਇਸ ਢੰਗ ਨਾਲ ਕੀਤੀ ਜਾਂਦੀ, ਤੁਸੀਂ ਬਦੋਬਦੀ ਲੈਂਦੇ ਹੋ। ਇਸੇ ਤਰ੍ਹਾਂ ਸਾਡੇ ਅੰਦਰ ਕੋਈ ਇੱਛਾ ਨਹੀਂ ਹੁੰਦੀ, ਪਰ ਸਾਨੂੰ ਜਿਹੜੇ ਇਹੋ ਜਿਹੇ ਪ੍ਰਚਾਰਕ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਇਹੋ ਜਿਹੇ ਰੂਪ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ ਵੀ ਇੱਥੋਂ ਜੋ ਆ ਕੇ ਮੰਗੋਗੇ ਜੀ, ਫਲਾਣਿਆਂ ਨੂੰ ਇਹ ਮਿਲ ਗਿਆ, ਉਹਨਾਂ ਨੂੰ ਇਹ ਮਿਲ ਗਿਆ, ਉਹਨਾਂ ਦਾ ਕਾਰੋਬਾਰ ਵੱਡਾ ਹੋ ਗਿਆ, ਫਲਾਣਿਆਂ ਦਾ ਇਹ ਹੋ ਗਿਆ। ਉਹ ਬਦੋਬਦੀ ਸਾਡੇ ਅੰਦਰ ਇੱਕ ਪ੍ਰਕਾਰ ਦੀ ਇੱਛਾ ਪੈਦਾ ਹਾਲਾਂਕਿ ਨਹੀਂ ਹੁੰਦੀ, ਪਰ ਉਹਨਾਂ ਦੀ ਗੱਲ ਸੁਣ ਕੇ ਪੈਦਾ ਹੋ ਜਾਂਦੀ ਹੈ।
ਤੇ ਉਹ ਪੈਦਾ ਹੋਈ ਇੱਛਾ ਸਾਨੂੰ ਗਿਆਨ ਨਾਲੋਂ ਤੋੜ ਕੇ ਕੇਵਲ ਇੱਛਾ ਪੂਰਕ ਤੱਕ ਸੋਝੀ ਮਤਲਬ ਸੀਮਿਤ ਕਰ ਦਿੰਦੀ ਹੈ। ਜਦੋਂ ਉਹ ਇੱਛਾ ਪੂਰੀ ਨਹੀਂ ਹੁੰਦੀ ਕਿਸੇ ਕਾਰਨ, ਤੇ ਫਿਰ ਕੀ ਹੁੰਦਾ ਹੈ, ਫਿਰ ਬੰਦਾ ਟੁੱਟ ਜਾਂਦਾ। ਟੁੱਟ ਕੇ ਉਹ ਕਿਸੇ ਦੇਹਧਾਰੀ ਕੋਲ ਜਾਂਦਾ। ਹੁਣ ਤੁਸੀਂ ਵੇਖੋ, ਲੋਕ ਕਹਿੰਦੇ ਨੇ ਵੀ ਸਾਰੀ ਇੱਛਾ ਪੂਰੀ ਹੋ ਜਾਂਦੀ ਹੈ, ਇਹ ਹੋ ਜਾਂਦਾ, ਉਹ ਹੋ ਜਾਂਦਾ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇੱਕ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕਿਸੇ ਹੋਰ ਤੋਂ ਨਹੀਂ ਮੰਗਣਾ। ਜੋ ਇਹਦੇ ਮਨ ਦੀ ਅਰਦਾਸ ਇਹਨੇ ਗੁਰੂ ਗ੍ਰੰਥ ਸਾਹਿਬ ਕੋਲ ਕਰਨੀ। ਪਰ ਪਹਿਲਾਂ ਇਹ ਤੇ ਸਮਝ ਲੈ ਵੀ ਮੈਂ ਜਿਹਨੂੰ ਕਹਿ ਰਿਹਾ ਉਹ ਹੈ ਕੌਣ। ਬਿਲਕੁਲ ਹੈ ਨਾ, ਜਿਹਦੇ ਤੋਂ ਮੰਗ ਰਿਹਾ ਹੈ ਇਹਨੂੰ ਘੱਟੋ ਘੱਟ ਇਹ ਪਤਾ ਹੋਵੇ ਵੀ ਉਹ ਹੈ ਕੌਣ। ਜਦ ਤੱਕ ਇਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਨਹੀਂ ਜਾਣਦਾ, ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦਾ ਹੀ ਨਹੀਂ ਪਤਾ, ਉਦੋਂ ਤੱਕ ਉਹਦੇ ਕੋਲ ਛੋਟੀਆਂ ਚੀਜ਼ਾਂ ਮੰਗੀ ਜਾ ਰਹੇ ਤੇ ਉਹਨਾਂ ਚੀਜ਼ਾਂ ਤੱਕ ਸੀਮਿਤ ਹੋ ਕੇ ਜਿਹੜਾ ਆਪਣਾ ਕੀਮਤੀ ਸਮਾਂ ਸੀਗਾ, ਜਿਹੜਾ ਗਿਆਨ ਅਸੀਂ ਅਡਾਪਟ ਕਰਨਾ ਸੀ, ਉਸ ਪਾਸੇ ਅਸੀਂ ਆਪ ਵੀ ਟੁੱਟਦੇ ਹਾਂ, ਸਾਡੀਆਂ ਆਉਣ ਵਾਲੇ ਨਸਲਾਂ ਨੂੰ ਵੀ ਤੋੜ ਰਹੇ ਹਾਂ। ਉਹਦੇ ਦੋਸ਼ੀ ਕੋਈ ਹੋਰ ਨਹੀਂ, ਅਸੀਂ ਆਪ। ਠੀਕ ਹੈ ਜੀ, ਬਿਲਕੁਲ। ਹਾਂਜੀ, ਤੇ ਹੋਰ ਜੇ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਾਲੇ ਪਾਸੇ ਨੂੰ, ਉੱਥੇ ਵੀ ਸਾਨੂੰ ਇਹਨਾਂ ਲੋਕਾਂ ਨੇ ਉਲਝਾ ਦਿੱਤਾ। ਠੀਕ ਹੈ ਜੀ, ਸੇਵਾ ਤੱਕ ਸਾਨੂੰ ਕਿੱਥੇ ਤੱਕ ਸੀਮਿਤ ਕਰ ਦਿੱਤਾ। ਮੰਜੀ ਸਾਹਿਬ ਦੇ ਪਾਵੇ ਘੁੱਟੀ ਚੱਲੋ, ਠੀਕ, ਮਹਿੰਗੇ ਤੋਂ ਮਹਿੰਗਾ ਰੁਮਾਲਾ ਸਾਹਿਬ ਲਿਆ ਕੇ ਪਾ ਦਿਓ, ਏਸੀ ਲਾ ਦਿਓ, ਹੀਟਰ ਲਾ ਦਿਓ, ਫਿਰ ਰਜਾਈਆਂ ਪਾ ਦਿਓ, ਇਹ ਕਰ ਦਿਓ, ਉਹ ਕਰ ਦਿਓ। ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ। ਠੀਕ, ਆਪਾਂ ਇਹ ਤੇ ਬਹੁਤ ਪੜ੍ਹਦੇ ਹਾਂ ਬਈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ। ਸ਼ਬਦ ਗੁਰੂ ਦਾ ਚੇਲਾ ਕੌਣ ਹੈ? ਸੁਰਤ। ਜੇ ਸੁਰਤ ਚੇਲਾ ਬਣ ਗਈ, ਸਰੀਰ ਆਪ ਚੇਲਾ ਬਣ ਜੂ। ਬਿਲਕੁਲ। ਜਦ ਤੱਕ ਸੁਰਤ ਨੇ ਚੇਲਾ ਬਣਨਾ ਕਬੂਲ ਨਹੀਂ ਕੀਤਾ, ਸਰੀਰ ਨੂੰ ਲੱਖ ਬਣਾ ਲਓ, ਨਹੀਂ ਹੋਏਗਾ। ਠੀਕ ਹੈ ਜੀ। ਹੁਣ ਸ਼ਬਦ ਗੁਰੂ ਤਾਂ ਅਸੀਂ ਜਾਣ ਲਿਆ, ਪਰ ਉਹਦਾ ਜਿਹੜਾ ਚੇਲਾ ਬਣਨਾ ਸਾਡੀ ਸੁਰਤ ਨੇ ਬਣਨਾ ਹੈ। ਤੇ ਸੁਰਤ ਉਦੋਂ ਬਣੇਗੀ ਜਦੋਂ ਆਪਣਾ ਆਪਾਂ ਉਹਨੂੰ ਸਮਰਪਿਤ ਕਰ ਦੇਵੇਗੀ। ਇਹ ਆ ਗਿਆ ਮੱਥਾ ਟੇਕਣ ਦਾ ਆਪਣਾ ਕਨਸੈਪਟ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਹੈਗੀ ਆ, ਉਹ ਸੇਵਾ ਨਾ ਤਾਂ ਮੰਜੀ ਸਾਹਿਬ ਦੇ ਪਾਵੇ ਘੁੱਟਣ 'ਚ ਹੈ, ਉਹ ਸੇਵਾ ਨਾ ਤੇ ਏਸੀ ਲਾਉਣ 'ਚ ਆ। ਠੀਕ, ਅਸਲੀ ਸੇਵਾ ਕੀ ਹੈ ਗੁਰੂ ਗ੍ਰੰਥ ਸਾਹਿਬ ਆਪ ਦੱਸਦੇ ਨੇ। ਜੇ ਅਸੀਂ ਉਹਨਾਂ ਤੋਂ ਪੁੱਛੀਏ, ਸਤਿਗੁਰ ਕੀ ਸੇਵਾ ਸ਼ਬਦ ਵਿਚਾਰ। ਠੀਕ ਹੈ ਜੀ। ਤੇ ਉਹ ਦੱਸਦੇ ਪਏ ਨੇ ਜਿਹੜਾ ਗੁਰੂ ਦੀ ਸੇਵਾ ਹੈਗੀ ਆ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਵੀ ਤੁਸੀਂ ਕੇਵਲ ਦੇਖੀ ਜਾਂਦੇ ਹੋ, ਦੇਖਣ ਨਾਲ ਤੁਹਾਨੂੰ ਕੁਝ ਨਹੀਂ ਮਿਲ ਜਾਣਾ। ਜੋ ਚੀਜ਼ ਮਿਲਣੀ ਹੈ ਉਹ ਸ਼ਬਦ ਦੀ ਵਿਚਾਰ ਕਰਕੇ ਤੁਹਾਨੂੰ ਉੱਥੋਂ ਪ੍ਰਾਪਤ ਹੋਣੀ ਹੈ। ਹੁਣ ਜੇ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਜਿਹੜੇ ਲੋਕ ਇਹ ਕਹਿੰਦੇ ਨੇ ਤੁਹਾਡੀ ਇੱਛਾ ਪੂਰੀ ਹੋਵੇਗੀ, ਮਨੋਕਾਮਨਾ ਪੂਰੀ ਹੋਵੇਗੀ, ਤਾਂ ਸ਼ਬਦ ਦੀ ਵਿਚਾਰ ਸਾਨੂੰ ਇਹ ਦੱਸਦੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਕੋ, ਵੀ ਉਹ ਪਰਮਾਤਮਾ ਹੈ ਭਾਈ, ਉਹ ਹੋਰ ਕੋਈ ਨਹੀਂ ਹੈਗਾ। ਤੇ ਗੁਰੂ ਦੀ ਵਿਚਾਰ ਸਾਨੂੰ ਰੱਬ ਨਾਲ ਜੋੜਦੀ ਹੈ। ਗੁਰੂ ਦੀ ਵਿਚਾਰ ਸਾਨੂੰ ਕਿਸੇ ਦੁਨਿਆਵੀ ਬੰਦੇ ਨਾਲ ਨਹੀਂ ਜੋੜਦੀ। ਪਰ ਇਹ ਲੋਕ ਗੁਰੂ ਦੀ ਵਿਚਾਰ ਦੇ ਰਾਹੀਂ ਆਪਣਾ ਆਪਾ ਸਾਡੇ ਸਾਹਮਣੇ ਰੱਖ ਕੇ ਸਾਡੀ ਭੋਲੀ ਭਾਲੀ ਜਿਹੜੀ ਜਨਤਾ ਹੈਗੀ ਆ ਉਹਨੂੰ ਆਪਣੇ ਨਾਲ ਹੀ ਜੋੜਦੇ ਜਾ ਰਹੇ ਨੇ, ਆਪਣੇ ਤੱਕ ਸੀਮਿਤ ਕਰਦੇ ਜਾ ਰਹੇ ਨੇ। ਜੇਕਰ ਤੁਸੀਂ ਕੁਝ ਲੈਣਾ ਹੈ, ਹਾਂਜੀ ਫਲਾਣੇ ਕੋਲ ਜਾ ਕੇ ਮੱਥਾ ਟੇਕ ਆਓ, ਇਹ ਕਰ ਲਓ, ਉੱਥੋਂ ਤੁਹਾਨੂੰ ਪੁੱਤਰ ਦੀ ਦਾਤ ਮਿਲ ਜਾਊ, ਉੱਥੋਂ ਤੁਹਾਡੇ ਕਾਰੋਬਾਰਾਂ 'ਚ ਤਰੱਕੀ ਆ ਜਾਊ, ਉੱਥੋਂ ਤੁਹਾਡੇ ਕੋਲ ਇਹ ਇੱਥੋਂ ਤੱਕ ਸਾਡੀ ਜਿਹੜੀ ਭੋਲੀ ਭਾਲੀ ਜਨਤਾ ਸੀ ਉਹਨੂੰ ਸੀਮਿਤ ਕਰਕੇ ਗੁਰੂ ਦੀ ਬਾਣੀ ਨਾਲੋਂ ਤੋੜ ਲਿਆ ਜਾਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਸੀਂ ਸਿੱਖਿਆ ਲੈਣੀ ਹੈ। ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿੱਚੋਂ ਸਾਨੂੰ ਮਿਲਣੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੇ ਸਾਨੂੰ ਦੱਸਣ ਵਾਲਾ ਸਹੀ ਨਹੀਂ ਦੱਸ ਰਿਹਾ ਤਾਂ ਅਸੀਂ ਕੀ ਕਰਨਾ ਹੈ? ਪੜ੍ਹਨਾ ਤੇ ਆਪਾਂ ਲਗਭਗ ਸਾਰੇ ਹੀ ਜਾਣਦੇ ਨੇ। ਬਜ਼ੁਰਗ ਨਹੀਂ ਪੜ੍ਹ ਪਾਉਂਦੇ ਤਾਂ ਬੱਚੇ ਤਾਂ ਪੜ੍ਹਦੇ ਹੀ ਨੇ। ਬਿਲਕੁਲ, ਸਾਡੇ ਕੋਲ ਪੋਥੀਆਂ ਅਵੇਲੇਬਲ ਹੈਗੀਆਂ ਨੇ। ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਹੈਗੇ, ਗਿਆਨੀ ਹਰਬੰਸ ਸਿੰਘ ਦੇ ਟੀਕੇ ਹੈਗੇ, ਉਹਨਾਂ ਦੇ ਵਿੱਚੋਂ ਪੜ੍ਹ ਕੇ ਅਸੀਂ ਸ਼ਬਦ ਦੇ ਵਿਚਾਰ ਖੁਦ ਦੇਖ ਸਕਦੇ ਹਾਂ। ਪਰ ਇਹ ਯਤਨ ਸਾਨੂੰ ਕਰਨਾ ਪਊ। ਇਸ ਪਾਸੇ ਦੀ ਜਿਹੜੀ ਚੇਟਕ ਸੀ ਉਹ ਸਾਨੂੰ ਕੁਝ ਲੋਕਾਂ ਦੁਆਰਾ नहीं लाई गई। हाँ बिल्कुल सही कहा जी जसविंदर सिंह जी। इसी विषय में उसी अगले हफ्ते कंटिन्यू रखेंगे क्योंकि एक बड़ा ही एक इंपॉर्टेंट टॉपिक है। तो ये जाल इन्ना ज़्यादा इस समय फैल चुके हैं कि बहुत सारे सिख जिहड़े ने इस फस चुके हैं। इस तो बाहर निकलना समा लगेगा पर आप यतन करने पैणगे। इस बारे ਅਸੀਂ अगले हफ्ते गल करांगे कि किवें गुरु ग्रंथ साहिब ਦਾ ਸਹਾਰਾ ਲੈ ਕੇ ਅਸੀਂ ਆਪਣੇ ਆਪ ਨੂੰ ਸਹੀ ਰਸਤੇ ਤੇ ਤੋਰ ਸਕਨੇ ਆ, ਗੁਰੂ ਦੀ ਗੱਲ ਮੰਨ ਕੇ ਕਿਵੇਂ ਅਸੀਂ ਬਾਹਰ ਆ ਸਕਨੇ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604 603 7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingh@gmail.com। ਇਹ ਸਾਰੇ ਐਪੀਸੋਡਸ ਤੁਸੀਂ harpreetsingh.com ਤੇ ਜਾ ਕੇ ਵੀ ਦੇਖ ਸਕਦੇ ਹੋ ਜਾਂ ਫਿਰ youtube.com/harpreetsingh। ਫੀਡਬੈਕ ਦੇ ਰਾਹੀਂ ਹੀ ਅਸੀਂ ਸਵਾਲਾਂ ਦਾ ਜੋ ਸਾਡੇ ਕੋਲ ਮਹਿਮਾਨ ਆਉਂਦੇ ਨੇ ਉਹਨਾਂ ਕੋਲ ਉਸ ਦਾ ਜਵਾਬ ਲੈ ਕੇ ਵਾਪਸ ਆਉਂਦੇ ਹਾਂ। ਸੋ ਜ਼ਰੂਰ ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ। ਸਭ ਦਾ ਧੰਨਵਾਦ।